ਸਤਨਾਮ ਸ੍ਰੀ ਵਾਹਿਗੁਰੂ ਜੀ। ਦਿਚੈ ਪੂਰਬ ਦੇਵਣਾ, ਜਿਸ ਦੀ ਵਸਤ ਤਿਸੈ ਘਰ ਆਵੈ। ਬੈਠਾ ਸੋਢੀ ਪਾਤਸ਼ਾਹ, ਰਾਮਦਾਸ ਸਤਿਗੁਰੂ ਕਹਾਵੈ। ਉਲਟਾ ਖੇਲ ਖਸਮ ਦਾ, ਉਲਟੀ ਗੰਗ ਸਮੁੰਦਰ ਸਮਾਵੈ। ਦਿੱਤਾ ਲਈਏ ਆਪਣਾ, ਅਣ ਦਿੱਤਾ ਕਛ ਹੱਥ ਨ ਆਵੈ। ਫਿਰ ਆਈ ਘਰ ਅਰਜਣੇ, ਪੁੱਤ ਸੰਸਾਰੀ ਗੁਰੂ ਕਹਾਵੈ। ਜਾਣ ਨ ਦੇਸਾਂ ਸੋਢੀਓ, ਹੋਰਸ ਅਜਰ ਨ ਜਰਿਆ ਜਾਵੈ। ਘਰ ਹੀ ਕੀ ਵਥ ਘਰੇ ਰਹਾਵੈ। ਘਰ ਹੀ ਕੀ ਵਥ ਘਰੇ ਰਹਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਨਾਲ ਜੁੜੀਏ। ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ 47ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਕੱਲ੍ਹ ਵੀ ਆਪ ਜੀ ਨੇ ਇਹੀ ਪੌੜੀ ਸਰਵਣ ਕੀਤੀ ਸੀ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਅਤੇ ਸਤਿਗੁਰੂ ਅਰਜੁਨ ਦੇਵ ਮਹਾਰਾਜ ਜੀ ਨੂੰ ਗੁਰਗੱਦੀ ਦੀ ਪ੍ਰਾਪਤੀ ਦਾ ਇਸ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਨੇ ਜ਼ਿਕਰ ਕੀਤਾ ਹੈ। ਸੋ ਆਓ ਪਿਆਰ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ। ਦਿਚੈ ਪੂਰਬ ਦੇਵਣਾ, ਜਿਸ ਦੀ ਵਸਤ ਤਿਸੈ ਘਰ ਆਵੈ। ਸੋ ਇਸ ਪੰਕਤੀ ਦੀ ਵਿਸਥਾਰ ਸਹਿਤ ਜੋ ਵਿਆਖਿਆ ਹੈ, ਉਹ ਆਪ ਜੀ ਨੇ ਕੱਲ੍ਹ ਦੀ ਕਥਾ, ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕੀਤੀ ਸੀ। ਕਿਵੇਂ ਬੇਦੀ ਬੰਸ, ਬੇਦੀ ਕਹਾਈ, ਵੇਦ ਪੜ੍ਹੇ ਉਹਨਾਂ ਨੇ, ਫਿਰ ਸਾਰਾ ਰਾਜ ਭਾਗ ਮਿਲਿਆ। ਲਵੀ ਰਾਜ ਦੇ ਬਨ ਗਏ, ਬੇਦੀਆਂ ਕੀਨੋ ਰਾਜ, ਭਾਂਤ ਭਾਂਤ ਤਿਨ ਭੋਗੀਆਂ, ਭੂਕਾ ਸਗਲ ਸਮਾਜ। ਸੋ ਵਿਸਥਾਰ ਸਹਿਤ ਆਪ ਜੀ ਇਹ ਕੱਲ੍ਹ ਸਰਵਣ ਕਰ ਚੁੱਕੇ ਹੋ, ਦੁਬਾਰਾ ਮੈਂ ਦੁਹਰਾਉਣਾ ਨਹੀਂ ਚਾਹੁੰਦਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਜੋ ਪੂਰਬ ਦਾ ਪਹਿਲਾਂ ਦਾ ਦੇਣਾ ਹੁੰਦਾ ਹੈ ਅਤੇ ਜਿਹਦੀ ਵਸਤੂ ਹੋਵੇ, ਉਹ ਉਸੇ ਦੇ ਘਰ ਵਿੱਚ ਆਉਂਦੀ ਹੈ। ਬੈਠਾ ਸੋਢੀ ਪਾਤਸ਼ਾਹ, ਰਾਮਦਾਸ ਸਤਿਗੁਰੂ ਕਹਾਵੈ। ਹੁਣ ਗੁਰਤਾ ਗੱਦੀ 'ਤੇ ਸੋਢੀ ਪਾਤਸ਼ਾਹ ਬੈਠਾ ਹੋਇਆ, ਸਥਿਤ ਹੋਇਆ। ਸ਼੍ਰੀ ਗੁਰੂ ਰਾਮਦਾਸ ਜੀ ਆਪਣੇ ਆਪ ਨੂੰ ਕਹਾਉਣ ਲੱਗਾ ਹੈ, ਭਾਵ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਗੁਰਗੱਦੀ 'ਤੇ ਬੈਠੇ ਹੈ।
ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਧੰਨ ਗੁਰੂ ਅੰਗਦ ਦੇਵ ਜੀ, ਗੁਰੂ ਅੰਗਦ ਦੇਵ ਜੀ ਤੋਂ ਬਾਅਦ ਗੁਰਗੱਦੀ ਗੁਰੂ ਅਮਰਦਾਸ ਮਹਾਰਾਜ ਦੇ ਕੋਲ ਆਈ ਹੈ। ਅਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਘਾਲਣਾ, ਸੇਵਾ, ਸਿਦਕ ਔਰ ਜੋ ਪੂਰਬ ਦਾ ਦੇਵਣਾ ਸੀ ਉਹਨੂੰ ਜਾਣ ਕੇ ਗੁਰਗੱਦੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਬਖਸ਼ਿਸ਼ ਕੀਤੀ ਹੈ। ਭਾਈ ਸਾਹਿਬ ਜੀ ਕਹਿੰਦੇ ਨੇ ਹੁਣ ਸੋਢੀ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਗੁਰਗੱਦੀ 'ਤੇ ਬੈਠੇ ਹੋਏ ਸਤਿਗੁਰੂ ਕਹਾਉਂਦੇ ਹੈ ਅਤੇ ਸੰਗਤਾਂ ਭਾਵਨਾ ਦੇ ਨਾਲ ਸਤਿਗੁਰੂ ਦੇ ਚਰਨਾਂ 'ਚ ਝੁਕਦੀਆਂ ਹਨ। ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਜੋ ਅੰਮ੍ਰਿਤਸਰ ਹੈ ਸੁਧਾ ਸਰੋਵਰ, ਇਹ ਤਾਲ ਪੂਰਨ ਖਟਾਇਆ, ਭਾਵ ਜੋ ਅੰਮ੍ਰਿਤ ਸਰੋਵਰ ਹੈ ਇਹਨੂੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਖੁਦਵਾਇਆ ਸੀ ਅਤੇ ਗੁਰੂ ਰਾਮਦਾਸ ਮਹਾਰਾਜ ਨੇ ਆਪਣੇ ਵੇਲੇ ਪੂਰਨ ਇਹ ਤਾਲ ਸਤਿਗੁਰੂ ਨੇ ਖੁਦਵਾ ਲਿਆ ਸੀ। ਇਤਿਹਾਸ 'ਚ ਅਸੀਂ ਪੜ੍ਹਦੇ ਹਾਂ ਇਹ ਸਰੋਵਰ ਪੱਕਾ ਬਾਅਦ ਵਿੱਚ ਧੰਨ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਨੇ ਕਰਵਾਇਆ ਸੀ। ਇਹ ਨਗਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਸਾਧ ਸੰਗਤ ਵਸਾਇਆ ਹੋਇਆ ਹੈ। ਜਦੋਂ ਅਸੀਂ ਇਤਿਹਾਸ ਨੂੰ ਬਰੀਕੀ ਦੇ ਨਾਲ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਵੇਲੇ ਇਸ ਅਸਥਾਨ ਦੀ ਭਾਲ ਹੋ ਗਈ ਸੀ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਵੀ ਇੱਥੇ ਚਰਨ ਪਾਏ, ਜਿੱਥੇ ਅੱਜ ਕੱਲ੍ਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੁਸ਼ੋਭਿਤ ਹੈ, ਅੰਮ੍ਰਿਤਸਰ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਭਾਈ ਮਰਦਾਨੇ ਦੇ ਸਮੇਤ ਇਸ ਥਾਂ 'ਤੇ ਆਏ ਸੀ। ਸੱਚੇ ਪਾਤਸ਼ਾਹ ਨੇ ਬਹਿ ਕੇ ਕੁਝ ਸਮਾਂ ਕੀਰਤਨ ਕੀਤਾ। ਇੱਥੇ ਜੰਗਲ ਸੀ, ਦਰਖਤ ਸਨ, ਇੱਕ ਪਾਣੀ ਦੀ ਢਾਬ ਸੀ ਜਿੱਥੇ ਦੁੱਖ ਭੰਜਨੀ ਬੇਰੀ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਬੈਠ ਕੇ ਕੀਰਤਨ ਕੀਤਾ। ਨੇੜੇ ਨਾ ਕਿਸੇ ਦੇ ਘਰ ਦੇ ਵਿੱਚ ਧਮਾਨ ਸੀ। ਧਮਾਨ ਸਮਝਦੇ ਹੋ ਪੁੱਤਰ ਪੈਦਾ ਹੋਣ ਤੋਂ ਬਾਅਦ ਜੋ ਖੁਸ਼ੀ ਦਾ ਸਮਾਗਮ ਕੀਤਾ ਜਾਂਦਾ ਹੈ। ਉਹਨਾਂ ਦੇ ਘਰ ਵਿੱਚ ਬੜੇ ਪਕਵਾਨ ਬਣੇ ਸੀ। ਉਹਨਾਂ ਨੇ ਪਦਾਰਥ ਲਿਆ ਕੇ ਸਤਿਗੁਰੂ ਦੇ ਅੱਗੇ ਰੱਖੇ। ਭਾਈ ਮਰਦਾਨੇ ਨੇ ਸਤਿਗੁਰੂ ਨੇ ਛਕੇ। ਭਾਈ ਮਰਦਾਨਾ ਕਹਿੰਦਾ ਮਹਾਰਾਜ ਬੜਾ ਰਸ ਆਇਆ ਹੈ। ਪਾਤਸ਼ਾਹ ਨੇ ਉੱਥੇ ਬਹਿ ਕੇ ਕੀਰਤਨ ਕੀਤਾ ਗੁਰੂ ਨਾਨਕ ਸਾਹਿਬ ਜੀ ਨੇ, ਅਤੇ ਸੱਚੇ ਪਾਤਸ਼ਾਹ ਨੇ ਵਰ ਦਿੱਤਾ ਸੀ ਇਸ ਅਸਥਾਨ 'ਤੇ ਭੋਗ ਅਤੇ ਮੋਖ ਚੱਲੇਗਾ। ਭੋਗ ਪਦਾਰਥ ਭੋਜਨ ਅਤੇ ਮੋਖ ਮੁਕਤੀ। ਅੱਜ ਅਸੀਂ ਤੱਕਦੇ ਹਾਂ ਗੁਰੂ ਰਾਮਦਾਸ ਮਹਾਰਾਜ ਦੇ ਲੰਗਰ ਵਿੱਚੋਂ ਅਨੇਕਾਂ ਭੁੱਖੇ ਲੰਗਰ ਛਕਦੇ ਹੈ। ਇੱਥੇ ਸ਼ਬਦ ਦੇ ਨਾਲ ਪ੍ਰੀਤ ਕਰਕੇ ਜਗਿਆਸੂ ਗੁਰੂ ਕੇ ਪਿਆਰੇ ਸਿੱਖ ਮੁਕਤ ਹੁੰਦੇ ਹੈ, ਬੰਧਨ ਕੱਟੇ ਜਾਂਦੇ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਵੀ ਇਸ ਥਾਂ 'ਤੇ ਚਰਨ ਪਾਏ। ਜਦੋਂ ਖਡੂਰ ਤੋਂ ਕਰਤਾਰਪੁਰ ਸਾਹਿਬ ਨੂੰ ਜਾਂਦੇ ਸਨ ਇੱਥੇ ਠਹਿਰਦੇ ਸਨ। ਉਦੋਂ ਇਹ ਰਸਤਾ ਸੀ, ਅੱਜ ਕੱਲ੍ਹ ਰਸਤੇ ਬਦਲ ਗਏ ਨੇ, ਥੋੜ੍ਹਾ ਜਿਹਾ ਵਲ ਕੇ ਜਾਂਦਾ ਹੁੰਦਾ ਸੀ ਰਸਤਾ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਇੱਥੇ ਚਰਨ ਪਾਏ। ਗੁਰੂ ਅਮਰਦਾਸ ਮਹਾਰਾਜ ਜੀ ਨੇ ਮਨ ਵਿੱਚ ਖਿਆਲ ਕੀਤਾ, ਸੋਚਿਆ ਵੀ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਨਗਰ ਵਸਾਇਆ ਹੈ। ਫਿਰ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਖਡੂਰ ਸਾਹਿਬ ਨਗਰ ਦੁਬਾਰਾ ਆਬਾਦ ਕੀਤਾ। ਬਾਣੀ 'ਚ ਅਸੀਂ ਪੜ੍ਹਦੇ ਹਾਂ ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੂਰ, ਫਿਰ ਦੁਬਾਰਾ ਆਬਾਦ ਕੀਤਾ। ਇਹਦਾ ਭਾਵ ਹੈ ਕਿਤੇ ਪਹਿਲਾਂ ਇਹ ਨਗਰ ਉਜੜ ਗਿਆ ਹੋਵੇਗਾ, ਮਹਾਰਾਜ ਨੇ ਫਿਰ ਵਸਾਇਆ। ਤੀਸਰੇ ਪਾਤਸ਼ਾਹ ਨੇ ਗੁਰੂ ਅੰਗਦ ਦੇਵ ਜੀ ਦੇ ਹੁਕਮਾਂ ਦੇ ਨਾਲ ਗੋਇੰਦਵਾਲ ਨਗਰ ਵਸਾਇਆ, ਵਸਦਾ ਨਹੀਂ ਸੀ। ਸੱਚੇ ਪਾਤਸ਼ਾਹ ਨੇ ਸੋਚਿਆ ਅਸੀਂ ਗੁਰਿਆਈ ਬਖਸ਼ਣੀ ਹੈ ਅਤੇ ਐਸਾ ਨਗਰ ਵਸਾ ਕੇ ਦਈਏ ਗੁਰੂ ਰਾਮਦਾਸ ਜੀ ਨੂੰ, ਜਿੱਥੇ ਰਹਿ ਕੇ ਸਿੱਖੀ ਦਾ ਪ੍ਰਚਾਰ ਕਰਨ, ਗੁਰਸਿੱਖਾਂ ਨੂੰ ਉਪਦੇਸ਼ ਦੇਣ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਰਾਮਦਾਸ ਜੀ ਨੂੰ ਲੈ ਕੇ, ਬਾਬਾ ਬੁੱਢਾ ਜੀ ਨੂੰ ਲੈ ਕੇ, ਹੋਰ ਮੁਖੀ ਸਿੱਖਾਂ ਨੂੰ ਲੈ ਕੇ ਇਸ ਥਾਂ 'ਤੇ ਆਏ ਸੀ।
ਜਿੱਥੇ ਅੱਜ ਕੱਲ੍ਹ ਅੰਮ੍ਰਿਤਸਰ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਆ ਕੇ ਚਰਨ ਪਾਏ। ਪਾਣੀ ਦੀ ਇੱਕ ਢਾਬ ਸੀ, ਇੱਥੇ ਪਾਣੀ ਰਹਿੰਦਾ ਸੀ ਖਲੋਤਾ ਹਰ ਵੇਲੇ 12 ਮਹੀਨੇ। ਅਤੇ ਇਹ ਚਾਰੇ ਪਾਸੇ ਜਿਹੜੇ ਆਲੇ ਦੁਆਲੇ ਪਿੰਡ ਨੇ, ਉਹਨਾਂ ਪਿੰਡਾਂ ਦੀ ਸਾਂਝੀ ਥਾਂ ਸੀ। ਪਿੰਡ ਸੁਲਤਾਨਵਿੰਡ, ਪਿੰਡ ਤੁੰਗ, ਪਿੰਡ ਗਿਲਵਾਲੀ ਅਤੇ ਪਿੰਡ ਗੁਮਟਾਲਾ, ਇਹਨਾਂ ਪਿੰਡਾਂ ਦੀ ਜ਼ਮੀਨ ਸੀ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਜਿਹੜੀ ਜ਼ਮੀਨ ਸੀ, ਸ਼ਾਮਲਾਟ ਸੀ ਪਿੰਡਾਂ ਦੀ, ਸੱਚੇ ਪਾਤਸ਼ਾਹ ਨੇ ਮੁੱਲ ਤਾਰਿਆ, ਇਸ ਦਾ ਇਹ ਮੁੱਲ ਲੀਤੀ। ਅਤੇ ਜਿੱਥੇ ਅੱਜ ਕੱਲ੍ਹ ਗੁਰੂ ਕੇ ਮਹਿਲ ਅਸਥਾਨ ਬਣਿਆ ਹੋਇਆ ਹੈ, ਇੱਥੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪ ਨਗਰ ਵਸਾਉਣ ਦੀ ਮੋਹੜੀ ਗੱਡੀ ਸੀ। ਮੋਹੜੀ ਸਤਿਗੁਰੂ ਅਮਰਦਾਸ ਜੀ ਨੇ ਗੱਡੀ ਸੀ, ਅਤੇ ਮਹਾਰਾਜ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਹੁਕਮ ਕੀਤਾ ਸੀ, ਤੁਸੀਂ ਇਹ ਨਵਾਂ ਨਗਰ ਵਸਾਉਣਾ ਹੈ। ਤੋ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਇਸ ਸਾਰੇ ਥਾਂ ਨੂੰ ਵੇਖ ਕੇ, ਦੱਸ ਕੇ ਗੁਰੂ ਰਾਮਦਾਸ ਜੀ ਨੂੰ ਫਿਰ ਗੋਇੰਦਵਾਲ ਚਲੇ ਗਏ, ਅਤੇ ਗੁਰੂ ਰਾਮਦਾਸ ਜੀ ਇਸ ਕਾਰਜ ਵਿੱਚ ਜੁਟ ਗਏ ਸੀ। ਸਭ ਤੋਂ ਪਹਿਲਾਂ ਜੋ ਸੰਤੋਖ ਸਰ ਸਰੋਵਰ ਹੈ, ਉਸ ਦੀ ਸੇਵਾ ਆਰੰਭ ਕੀਤੀ ਗਈ ਸੀ। ਜਦੋਂ ਅੱਜ ਕੱਲ੍ਹ ਅਸੀਂ ਵੇਖਦੇ ਹਾਂ ਨਾ, ਕੋਤਵਾਲੀ ਦੇ ਸਾਹਮਣੇ ਹੈ, ਸ਼ਹਿਰ ਦੇ ਬਿਲਕੁਲ ਵਿੱਚ, ਜਿੱਥੇ ਆਪਾਂ ਕਾਰ ਪਾਰਕਿੰਗ ਕਰਦੇ ਹਾਂ, ਬਿਲਕੁਲ ਨਜ਼ਦੀਕ ਹੈ। ਸੰਤੋਖ ਸਰ ਸਰੋਵਰ ਦੀ ਸਭ ਤੋਂ ਪਹਿਲਾਂ ਸੇਵਾ ਹੋਈ। ਇਸ ਸੇਵਾ ਦੇ ਵਿੱਚ ਹੀ ਸੀ ਸਤਿਗੁਰੂ ਰਾਮਦਾਸ ਜੀ ਮਹਾਰਾਜ ਅਤੇ ਗੁਰੂ ਅਮਰਦਾਸ ਮਹਾਰਾਜ ਗੋਇੰਦਵਾਲ ਨੇ। ਬਾਬਾ ਬੁੱਢਾ ਜੀ ਸਿੱਖਾਂ ਨੂੰ ਲੈ ਕੇ ਗੋਇੰਦਵਾਲ ਚਲੇ ਗਏ। ਮਹਾਰਾਜ ਨੂੰ ਪੁੱਛਿਆ, ਮਹਾਰਾਜ ਹੋਰ ਸਾਰਾ ਕੁਝ ਕਿਵੇਂ ਕਰਨਾ ਹੈ? ਅਤੇ ਮਹਾਰਾਜ ਫਿਰ ਗੁਰੂ ਅਮਰਦਾਸ ਜੀ ਨੇ ਸਾਰਾ ਦੱਸਿਆ ਵੀ ਇਸ ਤਰ੍ਹਾਂ ਤੁਸੀਂ ਸੇਵਾ ਕਰਵਾਓ। ਅਤੇ ਆਪੋਂ ਫੇਰ ਆ ਕਰਕੇ ਜਿਹੜਾ ਜਿੱਥੇ ਅੰਮ੍ਰਿਤਸਰ ਹੈ, ਉੱਥੇ ਵੀ ਮਹਾਰਾਜ ਨੇ ਕਿਹਾ ਸਰੋਵਰ ਬਣਵਾਉਣਾ ਹੈ। ਸਮਾਂ ਆਇਆ, ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਧੰਨ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਬਖਸ਼ ਦਿੱਤੀ, ਅਤੇ ਨਾਲ ਹੀ ਹੁਕਮ ਕੀਤਾ, ਤੁਸੀਂ ਗੋਇੰਦਵਾਲ ਤੋਂ ਜਿਹੜਾ ਨਵਾਂ ਨਗਰ ਵਸਾ ਰਹੇ, ਉੱਥੇ ਚਲੇ ਜਾਓ। ਸੱਚੇ ਪਾਤਸ਼ਾਹ ਦਾ ਹੁਕਮ ਮੰਨ ਕੇ ਧੰਨ ਗੁਰੂ ਰਾਮਦਾਸ ਜੀ ਇੱਥੇ ਆ ਗਏ ਸੀ, ਅੰਮ੍ਰਿਤਸਰ। ਇਤਿਹਾਸਕਾਰਾਂ ਨੇ ਪਹਿਲਾਂ ਦੇ ਨਾਂ ਲਿਖੇ ਨੇ। ਅਸਲ ਵਿੱਚ ਉਦੋਂ ਛੋਟੇ ਪਿੰਡ ਨੂੰ ਚੱਕ ਕਿਹਾ ਜਾਂਦਾ ਸੀ, ਤਾਂ ਲੋਕਾਂ ਦੇ ਮੂੰਹ 'ਤੇ ਇਹ ਨਾਂ ਚੜ੍ਹਿਆ ਗੁਰੂ ਕਾ ਚੱਕ ਵੀ ਇਸ ਨੂੰ, ਜਾਂ ਚੱਕ ਗੁਰੂ ਕਾ ਕਹਿੰਦੇ ਰਹੇ ਹੈ, ਰਾਮਦਾਸਪੁਰ ਵੀ ਕਹਿੰਦੇ ਰਹੇ ਹੈ। ਪਰ ਇਹ ਸਰੋਵਰ ਜਿਹੜਾ ਹੈ ਅੰਮ੍ਰਿਤਸਰ ਸੁਧਾ ਸਰੋਵਰ, ਇਸ ਸਰੋਵਰ ਦੇ ਨਾਂ 'ਤੇ ਹੀ ਇਸ ਨਗਰ ਸ਼ਹਿਰ ਦਾ ਨਾਮ ਅੰਮ੍ਰਿਤਸਰ ਪਿਆ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਗੁਰਿਆਈ 'ਤੇ ਸੁਸ਼ੋਭਿਤ ਹੋ ਕੇ ਇਸ ਅਸਥਾਨ 'ਤੇ ਆਏ। ਸੱਚੇ ਪਾਤਸ਼ਾਹ ਨੇ ਅੰਮ੍ਰਿਤ ਸਰੋਵਰ ਜਿਹਦਾ ਜ਼ਿਕਰ ਭਾਈ ਗੁਰਦਾਸ ਜੀ ਕਰ ਰਹੇ ਨੇ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਪੂਰਨ ਤਾਲ ਖਟਾਇਆ, ਜਿਹੜਾ ਤਾਲ ਸੀ ਸਰੋਵਰੇ ਪੂਰਾ ਖੁਦਵਾਇਆ ਗੁਰੂ ਰਾਮਦਾਸ ਮਹਾਰਾਜ ਨੇ। ਅਤੇ ਇਸ ਅੰਮ੍ਰਿਤਸਰ ਵਿੱਚ ਬੈਠ ਕੇ ਸਤਿਗੁਰੂ ਜੀ ਗੁਰਿਆਈ ਦੀ ਜੋਤ ਜਗਾਉਂਦੇ ਹੈ। ਗੁਰਸਿੱਖਾਂ ਨੂੰ ਸੱਚੇ ਪਾਤਸ਼ਾਹ ਜੀ ਉਪਦੇਸ਼ ਦਿੰਦੇ ਹੈ, ਅਨੇਕਾਂ ਸਿੱਖ ਆਉਂਦੇ ਹੈ। ਗੁਰੂ ਰਾਮਦਾਸ ਮਹਾਰਾਜ ਜੀ ਨੇ ਹੀ ਮਸੰਦ ਪ੍ਰਥਾ ਤੋਰੀ, ਜਿਹੜੇ ਵੱਖ-ਵੱਖ ਥਾਵਾਂ 'ਤੇ ਜਾ ਕੇ ਸੰਗਤ ਤੋਂ ਕਾਰ ਭੇਟਾ ਲਿਆਉਂਦੇ ਸੀ, ਨਾਲੇ ਸਿੱਖੀ ਦਾ ਪ੍ਰਚਾਰ ਕਰਦੇ ਸੀ। ਮਹਾਰਾਜ ਨੂੰ ਆ ਕੇ ਉਹ ਸੰਗਤਾਂ ਦਾ ਦਸਵੰਧ ਦਿਆ ਕਰਦੇ ਸਨ। ਧੰਨ ਗੁਰੂ ਰਾਮਦਾਸ ਮਹਾਰਾਜ ਜਦੋਂ ਇਸ ਸਰੋਵਰ ਦੀ ਸੇਵਾ ਕਰਵਾ ਰਹੇ ਸਨ, ਜੇਹਲਮ ਦਾ ਰਹਿਣ ਵਾਲਾ ਇੱਕ ਸੱਜਣ, ਜਿਹਦਾ ਨਾਮ ਸਾਡੇ ਇਤਿਹਾਸ ਨੇ ਭਾਈ ਸੋਮਾ ਲਿਖਿਆ ਹੈ। ਵੇਖਿਓ ਗੁਰੂ ਰਾਮਦਾਸ ਮਹਾਰਾਜ ਕਿਵੇਂ ਕਿਰਪਾ ਕਰਦੇ ਹੈ, ਰਹਿਮਤਾਂ ਕਰਦੇ ਹੈ। ਭਾਈ ਸੋਮਾ ਉਮਰ ਛੋਟੀ ਹੈ, ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ। ਮਾਂ ਨੇ ਪੜ੍ਹਨੋਂ ਹਟਾ ਲਿਆ, ਘਰ ਦਾ ਗੁਜ਼ਾਰਾ ਨਹੀਂ ਸੀ ਚੱਲਦਾ।
ਮਾਂ ਕਹਿਣ ਲੱਗੀ, ਪੁੱਤ ਮੈਂ ਤੈਨੂੰ ਘੁੰਗਣੀਆਂ ਬਣਾ ਦਿਆ ਕਰਾਂਗੀ, ਤੂੰ ਵੇਚ ਲਿਆ ਕਰ। ਘੁੰਗਣੀਆਂ ਸਮਝਦੇ ਹੋ ਉਬਾਲੇ ਹੋਏ ਛੋਲੇ। ਉਹਨੇ ਵੇਚਣ ਜਾਣਾ, ਕੋਈ ਬਹੁਤੀਆਂ ਵਿਕਣੀਆਂ ਨਾ। ਮਾਂ ਨੂੰ ਕਹਿਣ ਲੱਗਾ, ਮਾਂ ਕਿਸੇ ਇਹੋ ਜਿਹੇ ਥਾਂ 'ਤੇ ਚੱਲੀਏ ਜਿੱਥੇ ਇਹ ਘੁੰਗਣੀਆਂ ਵਿਕ ਜਾਇਆ ਕਰਨ। ਅਤੇ ਕੰਨਾਂ ਦੇ ਵਿੱਚ ਇਹ ਸੋਏ ਪੈ ਚੁੱਕੀ ਸੀ ਵੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ, ਅੰਮ੍ਰਿਤ ਸਰੋਵਰ ਦੀ ਖੁਦਵਾਈ ਕਰਵਾ ਰਹੇ ਹੈ, ਉੱਥੇ ਬਹੁਤ ਲੋਕ ਆਉਂਦੇ, ਬੜੀਆਂ ਸੰਗਤਾਂ ਆਉਂਦੀਆਂ ਨੇ। ਮਾਂ ਨੇ ਕਿਹਾ, ਚੱਲ ਫਿਰ ਆਪਾਂ ਗੁਰੂ ਰਾਮਦਾਸ ਜੀ ਦੇ ਕੋਲ ਉੱਥੇ ਚੱਲਦੇ ਹਾਂ। ਮਾਂ ਪੁੱਤ ਇੱਥੇ ਆ ਗਏ। ਇੱਥੇ ਸੰਗਤਾਂ ਬਹੁਤ ਜ਼ਿਆਦਾ ਨੇ। ਮਾਂ ਨੇ ਘੁੰਗਣੀਆਂ ਬਣਾ ਦੇਣੀਆਂ ਅਤੇ ਭਾਈ ਸੋਮਾ ਛਾਬੜੀ ਲਾ ਕੇ ਨਾ ਸਰੋਵਰ ਦੇ ਕੰਢੇ 'ਤੇ ਬੈਠ ਜਾਇਆ ਕਰੇ। ਸੰਗਤਾਂ ਖਰੀਦ ਲਿਆ ਕਰਨ, ਘਰ ਦਾ ਗੁਜ਼ਾਰਾ ਚੱਲ ਜਾਇਆ ਕਰੇ। ਇੱਕ ਦਿਨ ਭਾਈ ਸੋਮਾ ਛਾਬੜੀ ਲਾ ਕੇ ਬੈਠਾ ਹੈ, ਸੂਰਜ ਅਸਤ ਹੋ ਰਿਹਾ ਹੈ। ਸੋਢੀ ਸੁਲਤਾਨ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਗੁਰਸਿੱਖਾਂ ਸਮੇਤ ਮਹਾਰਾਜ ਆਪ ਨਿਗਰਾਨੀ ਕਰਦੇ ਸੀ। ਮਹਾਰਾਜ ਜਦੋਂ ਉੱਥੋਂ ਲੰਘੇ ਨਾ, ਦੂਰੋਂ ਸਤਿਗੁਰੂ ਨੇ ਵੇਖਿਆ ਕਿ ਇੱਕ ਬਾਲਕ ਛਾਬੜੀ ਲਾ ਕੇ ਬੈਠਾ ਹੈ, ਅਤੇ ਸੰਗਤਾਂ ਨੇ ਭਾਈ ਸੋਮੇ ਨੂੰ ਦੱਸ ਦਿੱਤਾ ਵੀ ਇਹ ਸਾਹਮਣੇ ਜੋ ਆ ਰਹੇ ਨੇ ਇਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਹਨ। ਭਾਈ ਸੋਮੇ ਨੇ ਸਤਿਗੁਰੂ ਨੂੰ ਆਉਂਦਿਆਂ ਵੇਖ ਕੇ ਹੱਥ ਜੋੜ ਲਏ, ਨਮਸਕਾਰ ਕੀਤੀ। ਇੰਨੇ ਚਿਰ ਨੂੰ ਸਤਿਗੁਰੂ ਪਾਤਸ਼ਾਹ ਜੀ ਨੇੜੇ ਆ ਗਏ ਅਤੇ ਮਹਾਰਾਜ ਨੇ ਜਦੋਂ ਇਸ ਭਾਈ ਸੋਮੇ ਵੱਲ ਤੱਕਿਆ, ਵੇਖਿਆ ਛਾਬੜੀ ਲਾਈ ਹੈ, ਘੁੰਗਣੀਆਂ ਵੇਚਦਾ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਦਿਨ ਚੇਤੇ ਆ ਗਏ। ਜਦੋਂ ਮਹਾਰਾਜ ਘੁੰਗਣੀਆਂ ਵੇਚਿਆ ਕਰਦੇ ਸੀ, ਬਾਸਰ ਕੇ ਫਿਰ ਗੋਇੰਦਵਾਲ, ਮਾਤਾ ਪਿਤਾ ਦਾ ਸਾਇਆ ਉੱਠ ਗਿਆ ਸੀ। ਸਾਰੇ ਉਹ ਦਿਨ ਸੱਚੇ ਪਾਤਸ਼ਾਹ ਨੂੰ ਆਪਣੇ ਚੇਤੇ ਆ ਗਏ ਵੀ ਅਸੀਂ ਵੀ ਕਿਸੇ ਦਿਨ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦੇ ਸੀ। ਅਤੇ ਜਿਸ ਦਿਨ ਗੁਰਿਆਈ ਮਿਲੀ ਗੁਰੂ ਰਾਮਦਾਸ ਜੀ ਨੂੰ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਤ ਤੁਮ ਹਰ ਜਾਣਹੁ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਅੱਗੇ ਵੱਧ ਕੇ ਸਤਿਗੁਰੂ ਨੇ ਨਾਂ ਪੁੱਛਿਆ, ਨਾਂ ਕੀ ਹੈ? ਕਹਿੰਦਾ ਮਹਾਰਾਜ ਸੋਮਾ। ਭਾਈ ਵੀਰ ਸਿੰਘ ਜੀ ਕਹਿੰਦੇ ਸਤਿਗੁਰੂ ਨੇ ਬਿਲਾਸ ਦੇ ਨਾਲ ਕਿਹਾ, ਮੁਸਕਰਾਉਂਦੇ ਆ। ਮਹਾਰਾਜ ਕਹਿੰਦੇ ਫਿਰ ਕਿੰਨੇ ਵੱਟੇ ਅੱਜ, ਕਿੰਨੀ ਵਟਕ ਹੋਈ? ਉਹਨੇ ਗਿਣੇ ਨਹੀਂ। ਸਾਰੀ ਜੋ ਵਟਕ ਸੀ ਨਾ, ਜਿੰਨੇ ਪੈਸੇ ਸੀ ਸਾਰੇ ਦਿਨ ਦੇ ਕਮਾਏ, ਗੁਰੂ ਰਾਮਦਾਸ ਮਹਾਰਾਜ ਦੇ ਅੱਗੇ ਰੱਖ ਦਿੱਤੇ। ਸੱਚੇ ਪਾਤਸ਼ਾਹ ਗਿਣ ਤੁਸੀਂ ਆਪੇ ਲਓ, ਆਹ ਵਟਕ ਹੈ। ਸੱਚੇ ਪਾਤਸ਼ਾਹ ਨੇ ਉਹ ਮਾਇਆ ਪੈਸੇ ਲੈ ਲਏ। ਜਿਹੜੇ ਮਜ਼ਦੂਰ ਸੀ, ਮਿਸਤਰੀ ਸੀ, ਉਹਨਾਂ ਨੂੰ ਕੋਲ ਸੱਦ ਕੇ ਕਹਿੰਦੇ ਲਓ ਆਹ ਤੁਹਾਡੀ ਦਿਹਾੜੀ। ਮਹਾਰਾਜ ਅੱਗੇ ਚਲੇ ਗਏ। ਜਦੋਂ ਰਾਤ ਨੂੰ ਸ਼ਾਮ ਨੂੰ ਮਾਂ ਕੋਲ ਪੁੱਜਿਆ, ਮਾਂ ਨੇ ਪੁੱਛਿਆ ਅੱਜ ਦੀ ਵਟਕ? ਕਹਿੰਦਾ ਮਾਂ ਅੱਜ ਗੁਰੂ ਰਾਮਦਾਸ ਮਹਾਰਾਜ ਜੀ ਆਏ ਸੀ, ਅੱਜ ਦੀ ਵਟਕ ਮੈਂ ਉਹਨਾਂ ਨੂੰ ਦੇ ਆਇਆ ਹਾਂ। ਭਾਵਨਾ ਵਾਲੀ ਸੀ ਮਾਂ। ਕਹਿੰਦੀ ਧੰਨ ਭਾਗ, ਸਾਡੀ ਗੁਰੂ ਦੇ ਨਾਲ ਸਾਂਝ ਪੈ ਗਈ ਹੈ। ਕੱਲ੍ਹ ਨੂੰ ਵੀ ਜਦੋਂ ਸਤਿਗੁਰੂ ਆਉਣ, ਤੂੰ ਕੱਲ੍ਹ ਦੀ ਵਟਕ ਵੀ ਮਹਾਰਾਜ ਨੂੰ ਦੇ ਦੇਵੀਂ। ਭਾਈ ਸੋਮਾ ਕਹਿੰਦਾ ਠੀਕ ਹੈ ਮਾਂ। ਅਗਲੇ ਦਿਨ ਫਿਰ ਛਾਬੜੀ ਲਾ ਕੇ ਬੈਠਾ। ਸ਼ਾਮ ਨੂੰ ਸਤਿਗੁਰੂ ਆਉਂਦੇ ਹੈ। ਦੂਜੇ ਦਿਨ ਦੀ ਵਟਕ ਫਿਰ ਭਾਈ ਸੋਮੇ ਨੇ ਗੁਰੂ ਰਾਮਦਾਸ ਜੀ ਨੂੰ ਦੇ ਦਿੱਤੀ। ਆਹ ਲਓ ਮਹਾਰਾਜ ਅੱਜ ਦੀ ਵਟਕ। ਕਿੰਨੀ ਭਾਵਨਾ ਸੀ ਭਾਈ ਸੋਮੇ ਦੇ ਅੰਦਰ। 1 2 3 4 5 ਦਿਨ ਤੱਕ ਸਤਿਗੁਰੂ ਆਉਂਦੇ ਰਹੇ ਅਤੇ ਜਿੰਨੀ ਵਟਕ ਹੁੰਦੀ ਸੀ ਭਾਈ ਸੋਮਾ ਧੰਨ ਗੁਰੂ ਰਾਮਦਾਸ ਜੀ ਨੂੰ ਦੇ ਦਿਆ ਕਰੇ। ਅੱਜ 6ਵਾਂ ਦਿਨ ਆਇਆ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਤਰੁੱਠੇ ਨੇ। ਸ਼ਾਮ ਦਾ ਵੇਲਾ ਹੈ। ਉਧਰ ਭਾਈ ਸੋਮਾ ਉਡੀਕ ਕਰਦਾ ਹੈ ਸੱਚੇ ਪਾਤਸ਼ਾਹ ਕਦੋਂ ਆਉਣ ਅਤੇ ਮੈਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਹ ਵਟਕ ਦੇ ਦੇਵਾਂ। ਜੋ ਥੈਲੇ ਵਿੱਚ, ਜੋ ਕੱਪੜੇ ਦੀ ਥੈਲੀ ਸੀ ਗੁਥਲੀ, ਉਹਦੇ ਵਿੱਚ ਜੋ ਉਹਨੇ ਵਟਕ ਪਾਈ ਹੈ,
ਉਡੀਕ ਕਰ ਰਿਹਾ ਹੈ। ਗੁਰੂ ਰਾਮਦਾਸ ਮਹਾਰਾਜ ਆਏ, ਵਟਕ ਲੈ ਕੇ ਭੱਜਾ ਆਇਆ ਸਤਿਗੁਰੂ ਕੋਲ। ਆ ਲਓ ਮਹਾਰਾਜ ਅੱਜ ਦੀ ਵਟਕ। ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਭਾਈ ਸੋਮਿਆ, ਅੱਜ ਅਸੀਂ ਲੈਣ ਨਹੀਂ, ਅੱਜ ਕੁਝ ਦੇਣ ਆਏ ਹਾਂ। ਇਹ ਵਟਕ ਤੂੰ ਰੱਖ ਲੈ। ਸੱਚੇ ਪਾਤਸ਼ਾਹ ਫਿਰ ਉਹਨੂੰ ਪੁੱਛਦੇ ਐ ਵੀ ਸੱਚੋ ਸੱਚ ਦੱਸ, ਤੂੰ ਇੱਥੇ ਕਿਸ ਵਾਸਤੇ ਆਇਆ ਸੀ? ਕਹਿੰਦਾ, ਮਹਾਰਾਜ ਘਰ ਦੇ ਵਿੱਚ ਗਰੀਬੀ ਅੱਤਦੀ ਸੀ, ਮੈਂ ਤਾਂ ਰੋਜੀ ਰੋਟੀ ਵਾਸਤੇ ਆਇਆ ਸੀ। ਇੱਥੇ ਘੁੰਗਣੀਆਂ ਵਿਕ ਜਾਇਆ ਕਰਨਗੀਆਂ, ਘਰ ਦਾ ਗੁਜ਼ਾਰਾ ਚੱਲ ਜਾਏਗਾ। ਗੁਰੂ ਰਾਮਦਾਸ ਮਹਾਰਾਜ ਤਰੁੱਠੇ। ਪਾਤਸ਼ਾਹ ਕਹਿੰਦੇ, ਸੋਮਿਆ ਤੂੰ ਸ਼ਾਹ ਹੈ। ਭਾਈ ਸੋਮਾ ਕਹਿੰਦਾ, ਮਹਾਰਾਜ ਮੈਂ ਅੱਤ ਦਾ ਗਰੀਬ, ਮੈਂ ਕਿੱਥੇ ਸ਼ਾਹ? ਮਹਾਰਾਜ ਕਹਿੰਦੇ, ਗੱਲ ਸੁਣ, ਜਿਹੜਾ ਮਾਇਆ ਦਿੰਦਾ ਹੈ ਉਹ ਸ਼ਾਹ ਹੁੰਦਾ ਹੈ ਕਿ ਜਿਹੜਾ ਲੈਂਦਾ ਹੈ? ਕਹਿੰਦਾ, ਮਹਾਰਾਜ ਜਿਹੜਾ ਮਾਇਆ ਦਿੰਦਾ ਹੈ। ਸਤਿਗੁਰੂ ਕਹਿੰਦੇ, ਫਿਰ ਅਸੀਂ 5 ਦਿਨ ਤੈਥੋਂ ਇਹ ਮਾਇਆ ਲਈਏ, ਫਿਰ ਤੂੰ ਸ਼ਾਹ ਹੋਇਆ। ਵੈਰਾਗ ਦੇ ਵਿੱਚ ਆ ਗਿਆ ਭਾਈ ਸੋਮਾ, ਅੱਖਾਂ 'ਚ ਹੰਝੂ ਭਰ ਆਏ। ਕਹਿੰਦਾ, ਹਾਂ ਮਹਾਰਾਜ, ਜਿਹੜਾ ਮਾਇਆ ਦਿੰਦਾ ਹੁੰਦਾ ਤਾਂ ਉਹੀ ਸ਼ਾਹ ਹੈ। ਗੁਰੂ ਰਾਮਦਾਸ ਜੀ ਨੇ ਘੁੱਟ ਕੇ ਆਪਣੀ ਗਲਵਕੜੀ ਦੇ ਵਿੱਚ ਲਿਆ, ਬਖਸ਼ਿਸ਼ ਭਰੇ ਬਚਨ ਕਹੇ, ਸੋਮਾ ਸ਼ਾਹ ਬੇਪਰਵਾਹ ਗੁਰੂ ਕਾ ਸ਼ਾਹ। ਏਡੀ ਵੱਡੀ ਬਖਸ਼ਿਸ਼ ਕਰ ਦਿੱਤੀ। ਮਹਾਰਾਜ ਕਹਿੰਦੇ, ਭਾਈ ਸੋਮਾ, ਹੁਣ ਤੂੰ ਅੱਜ ਤੂੰ ਸ਼ਾਹ ਹੈ, ਬੇਪਰਵਾਹੀ ਹੋਵੇਗੀ ਤੇਰੇ ਕੋਲ, ਤੂੰ ਗੁਰੂ ਦਾ ਸ਼ਾਹ ਹੈ। ਭਾਈ ਸੋਮੇ ਨੇ ਗੁਰੂ ਰਾਮਦਾਸ ਜੀ ਦੇ ਚਰਨਾਂ 'ਤੇ ਮੱਥਾ ਰੱਖਿਆ, ਸਤਿਗੁਰੂ ਤੋਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਗੁਰੂ ਰਾਮਦਾਸ ਜੀ ਦਾ ਦਰ ਐਸਾ ਹੈ, ਜੇ ਕੋਈ ਭਾਵਨਾ ਰੱਖ ਕੇ ਇੱਥੇ ਆਵੇ, ਸਤਿਗੁਰੂ 'ਤੇ ਭਾਵਨਾ ਕਰੇ, ਗੁਰੂ ਜੀ ਭੋਗ ਮੋਖ ਦੋਨੋਂ ਹੀ ਉਹਦੀ ਝੋਲੀ ਵਿੱਚ ਪਾ ਦਿੰਦੇ ਹੈ। ਭਾਈ ਸੋਮੇ ਨੂੰ ਕਿਹਾ, ਤੂੰ ਵਪਾਰ ਕਰ, ਨਾਲੇ ਨਾਮ ਦੀਆਂ ਦਾਤਾਂ ਬਖਸ਼ੀਆਂ, ਸਿੱਖੀ ਦੀ ਦਾਤ ਬਖਸ਼ੀ। ਮਹਾਰਾਜ ਕਹਿੰਦੇ, ਨਾਲੇ ਸਿੱਖੀ ਦਾ ਪ੍ਰਚਾਰ ਕਰੀ, ਨਾਲੇ ਵਪਾਰ ਕਰ। ਭਾਈ ਸੋਮਾ ਵੱਡਾ ਸ਼ਾਹ ਬਣ ਗਿਆ। ਗੁਰੂ ਰਾਮਦਾਸ ਜੀ ਦੀ ਮਿਹਰ ਦੀ ਨਦਰ ਹੋਈ, ਸਿੱਖੀ ਵੀ ਕਮਾਈ ਤੇ ਧਨ ਦੌਲਤ ਦੇ ਵੀ ਘਰ ਦੇ ਵਿੱਚ ਅੰਬਾਰ ਲੱਗ ਗਏ। ਫਿਰ ਇਹਨਾਂ ਦਾ ਪੁੱਤਰ ਹੋਇਆ ਅੱਗੇ ਰਾਮ ਸ਼ਾਹ। ਗੁਰੂ ਅਰਜਨ ਦੇਵ ਮਹਾਰਾਜ ਵੇਲੇ ਉਹਨੇ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ। ਝੰਗ, ਮੁਲਤਾਨ, ਸੱਖਰ ਤੱਕ ਦੇ ਇਲਾਕੇ ਵਿੱਚ ਸਿੱਖੀ ਫੈਲਾਈ। ਕਲਗੀਧਰ ਪਾਤਸ਼ਾਹ ਮਹਾਰਾਜ ਵੇਲੇ ਫਿਰ ਇਹਨਾਂ ਦੀ ਬੰਸ ਵਿੱਚੋਂ ਹੋਏ ਭਾਈ ਮਿਹਰ ਸ਼ਾਹ, ਜਿਨ੍ਹਾਂ ਨੇ ਮਹਾਰਾਜ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਭਾਈ ਮਿਹਰ ਸ਼ਾਹ ਨੂੰ ਖਿਤਾਬ ਬਖਸ਼ਿਆ ਸੀ, ਬਖਸ਼ੰਦ ਫਰਜੰਦ, ਪੁੱਤਰ ਹੈ। ਐਸੀਆਂ ਬਖਸ਼ਿਸ਼ਾਂ ਗੁਰੂ ਪਾਤਸ਼ਾਹ ਜੀ ਕਰਦੇ ਨੇ ਜਦ ਅਸੀਂ ਗੁਰੂ ਦੇ ਨਾਲ ਸਾਂਝ ਪਾ ਲੈਂਦੇ ਹਾਂ। ਐਸਾ ਦਰ ਹੈ ਸਤਿਗੁਰੂ ਦਾ, ਗੁਰੂ ਰਾਮਦਾਸ ਜੀ ਦਾ। ਡਿੱਠੇ ਸਭੇ ਥਾਮ ਨਹੀਂ ਤੁਧ ਜਿਹਿਆ, ਬੱਧੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸਮਲ ਜਾਹੇ, ਨਾਇਐ ਰਾਮਦਾਸ ਸਰ। ਗੁਰੂ ਰਾਮਦਾਸ ਜੀ ਦੇ ਇਸ ਅੰਮ੍ਰਿਤ ਸਰੋਵਰ ਵਿੱਚ ਕੋਈ ਭਾਵਨਾ ਨਾਲ ਇਸ਼ਨਾਨ ਕਰੇ, ਸਤਿਗੁਰੂ ਦੀ ਬਾਣੀ ਪੜ੍ਹੇ, ਮਹਾਰਾਜ ਕਿਰਪਾ ਕਰਦੇ, ਸਾਰੇ ਪਾਪ ਉਹਦੇ ਖਤਮ ਹੋ ਜਾਂਦੇ, ਦੂਰ ਹੋ ਜਾਂਦੇ ਹੈ। ਗੁਰੂ ਰਾਮਦਾਸ ਮਹਾਰਾਜ ਜਦੋਂ ਇੱਥੇ ਕਿਰਪਾ ਕਰ ਰਹੇ ਸਨ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਾਹਿਬਜ਼ਾਦੇ ਵੱਡੇ ਸੁਪੁੱਤਰ ਬਾਬਾ ਸ਼੍ਰੀ ਚੰਦ ਜੀ ਨੇ ਉਪਮਾ ਸੁਣੀ ਗੁਰੂ ਰਾਮਦਾਸ ਮਹਾਰਾਜ ਜੀ ਦੀ, ਤੇ ਉਪਮਾ ਸੁਣ ਕੇ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਆਏ। ਸਤਿਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਸਾਹਿਬਜ਼ਾਦੇ ਜਾਣ ਕੇ ਬਾਬਾ ਸ਼੍ਰੀ ਚੰਦ ਜੀ ਦਾ ਬਹੁਤ ਸਤਿਕਾਰ ਕੀਤਾ। ਸਤਿਗੁਰੂ ਮਿਲੇ, ਆਦਰ ਸਤਿਕਾਰ ਦਿੱਤਾ। ਤੇ ਲੌਡੇ ਪਹਿਰ ਦਾ ਜਦੋਂ ਦੁਪਹਿਰ ਤੋਂ ਬਾਅਦ ਦਾ ਦੀਵਾਨ ਸੱਜਿਆ, ਰਬਾਬੀਆਂ ਨੇ ਕੀਰਤਨ ਕੀਤਾ। ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਦੇ ਸ਼ਬਦ ਗਾਏ। ਕੀਰਤਨ ਸੁਣ ਕੇ ਬਾਬਾ ਸ਼੍ਰੀ ਚੰਦ ਜੀ ਗਦਗਦ ਹੋ ਗਏ। ਐਸਾ ਰਸ, ਐਸੀ ਬਖਸ਼ਿਸ਼ ਹੋਈ ਕੀਰਤਨ ਵਿੱਚ। ਤੇ ਕੀਰਤਨ ਦੀ ਸਮਾਪਤੀ ਤੋਂ ਉਪਰੰਤ
ਬਾਬਾ ਸ਼੍ਰੀ ਚੰਦ ਜੀ ਨੇ ਬਿਲਾਸ ਦੇ ਸਹਿਤ ਪੁੱਛਿਆ। ਭਾਈ ਵੀਰ ਸਿੰਘ ਜੀ ਕਹਿੰਦੇ ਬਿਲਾਸ ਦੇ ਸਹਿਤ, ਵੀ ਵੇਖੀਏ ਕਿੰਨੀ ਕੁ ਨਿਮਰਤਾ ਇਹਨਾਂ ਦੇ ਵਿੱਚ। ਕਹਿਣ ਲੱਗੇ ਸਾਹਿਬ ਜੀਓ ਜੀ, ਇਤਨਾ ਲੰਮਾ ਦਾੜਾ ਕਿਉਂ ਕੀਤਾ ਹੈ, ਦਾੜਾ ਕਿਉਂ ਐਡਾ ਵੱਡਾ ਵਧਾਇਆ ਹੈ। ਗੁਰੂ ਰਾਮਦਾਸ ਜੀ ਦਾ ਦਾੜਾ ਬੜਾ ਲੰਬੇਰਾ ਸੀ। ਤੇ ਗੁਰੂ ਰਾਮਦਾਸ ਮਹਾਰਾਜ ਨਿਮਰਤਾ ਵਿੱਚ ਕਹਿਣ ਲੱਗੇ, ਤੁਹਾਡੇ ਵਰਗੇ ਮਹਾਂਪੁਰਖਾਂ ਦੇ ਚਰਨ ਝਾੜਨ ਵਾਸਤੇ। ਬਾਬਾ ਸ਼੍ਰੀ ਚੰਦ ਜੀ ਦੇ ਹੱਥ ਜੁੜ ਗਏ। ਕਹਿੰਦੇ ਇਹੀ ਗੁਣ ਸੀ, ਭਾਈ ਲਹਿਣੇ ਦੇ ਵਿੱਚ ਗੁਰਿਆਈ ਪ੍ਰਾਪਤ ਕਰ ਗਏ। ਫਿਰ ਬਾਬਾ ਅਮਰਦਾਸ ਜੀ ਨੇ ਸੇਵਾ ਕਰਕੇ ਗੁਰੂ ਅਮਰਦਾਸ ਬਣਨਾ ਕੀਤਾ, ਤੇ ਇਹਨਾਂ ਗੁਣਾਂ ਹਲੀਮੀ ਨਿਮਰਤਾ ਕਰਕੇ ਤੁਹਾਨੂੰ ਇਹ ਗੁਰਤਾ ਗੱਦੀ ਮਿਲੀ ਹੈ। ਉੱਥੇ ਬਾਬਾ ਸ਼੍ਰੀ ਚੰਦ ਜੀ ਨੇ ਜੋ ਸ਼ਬਦ ਕਹੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ, ਤੁਮਰੀ ਮਹਿਮਾ ਅਦਕ ਹੈ। ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ, ਤੁਹਾਡੀ ਮਹਿਮਾ ਬਹੁਤ ਜ਼ਿਆਦਾ ਹੈ। ਨਾਲ ਹੀ ਕਿਹਾ, ਤੁਮਰੇ ਸਰ ਮਹਿ ਜੋ ਮੱਜਹਿ, ਪਾਪੀ ਭੀ ਗਤ ਪਾਹੇ। ਤੁਹਾਡੇ ਇਸ ਸਰੋਵਰ ਵਿੱਚ ਜਿਹੜੇ ਇਸ਼ਨਾਨ ਕਰਨਗੇ ਉਹ ਪਾਪੀ ਵੀ ਮੁਕਤ ਹੋ ਜਾਣਗੇ, ਤੁਹਾਡੇ ਤੇ ਭਾਵਨਾ ਰੱਖਣ ਵਾਲੇ। ਗੁਰੂ ਰਾਮਦਾਸ ਮਹਾਰਾਜ, ਬਾਬਾ ਸ਼੍ਰੀ ਚੰਦ ਜੀ ਨੇ ਬਹੁਤ ਸਤਿਕਾਰ ਕੀਤਾ। ਤੇ ਜਦੋਂ ਤੁਰਨ ਲੱਗੇ, ਗੁਰੂ ਰਾਮਦਾਸ ਜੀ ਨੇ ਇੱਕ ਘੋੜਾ ਤੇ ਉਸ ਵਕਤ ਦੇ 500 ਰੁਪਏ ਬਾਬਾ ਸ਼੍ਰੀ ਚੰਦ ਜੀ ਨੂੰ ਭੇਟ ਕੀਤੇ ਸਨ। ਇੰਨਾ ਸਤਿਕਾਰ ਕਰਦੇ ਸੀ ਗੁਰੂ ਰਾਮਦਾਸ ਜੀ ਦੇ, ਗੁਰੂ ਦੇ ਸਾਹਿਬਜ਼ਾਦਿਆਂ ਦਾ। ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਵਿੱਚ ਅੱਤ ਦੀ ਨਿਮਰਤਾ ਹੈ। ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੇ। ਇਹ ਤਾਲ ਪੂਰਨ ਖਟਾਇਆ ਮਹਾਰਾਜ ਨੇ ਖੁਦਵਾਇਆ, ਇਹਦੀ ਖੁਦਵਾਈ ਕਰਵਾਈ। ਆਪ ਨੂੰ ਪਤਾ ਹੋਵੇ, ਮੁਲਤਾਨ ਦਾ ਰਾਜਾ ਆਇਆ, ਉਹਨੂੰ ਕਿਸੇ ਰੋਗ ਨੇ ਗ੍ਰਸ ਲਿਆ, ਰੋਗੀ ਹੋ ਗਿਆ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਸ਼ਰਨ ਵਿੱਚ ਆਇਆ, ਅਰਦਾਸ ਕੀਤੀ, ਗੁਰੂ ਰਾਮਦਾਸ ਦੇ ਚਰਨਾਂ ਵਿੱਚ ਨਤਮਸਤਕ ਹੋਇਆ, ਅੰਮ੍ਰਿਤਸਰ ਦੇ ਵਿੱਚ ਇਸ਼ਨਾਨ ਕੀਤਾ, ਨਵਾਂ ਨਿਰੋਵਾ ਹੋ ਗਿਆ। ਕੋਈ ਭਾਵਨਾ ਤਾਂ ਰੱਖੇ। ਅਸੀਂ ਨਿਤ ਅਰਦਾਸ ਕਰਦੇ ਹਾਂ। ਜਦੋਂ ਇਹ ਦਾਨ ਮੰਗੇ ਜਾਂਦੇ ਨੇ ਨਾ ਸਿੱਖਾਂ ਨੂੰ, ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਤੇ ਅੱਗੇ ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ। ਅਸੀਂ ਦਰਸ਼ਨ ਤੇ ਇਸ਼ਨਾਨ ਨਿਤ ਅਰਦਾਸ ਦੇ ਵਿੱਚ ਮੰਗਦੇ ਹਾਂ। ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰ ਦੇ ਸਰੋਵਰ ਦਾ ਇਸ਼ਨਾਨ ਮੰਗਦੇ ਹਾਂ। ਸਾਡੀ ਅਰਦਾਸ ਦੇ ਵਿੱਚ ਇਹ ਸ਼ਬਦ ਸ਼ਾਮਲ ਹਨ। ਇਸ ਸੁਧਾ ਸਰੋਵਰ ਦੀ, ਅੰਮ੍ਰਿਤ ਸਰੋਵਰ ਦੀ ਮਹਿਮਾ ਕਰਦਿਆਂ ਗਿਆਨੀ ਗਿਆਨ ਸਿੰਘ ਜੀ ਨੇ ਸ਼ਬਦ ਲਿਖੇ ਨੇ, ਔਰ ਬਾਤ ਸਾਜਨ ਸੁਨੋ ਕਹੋਂ ਸਾਚ ਬਖਿਆਤ, ਦਾਦਰ ਨਹਿ ਕਾਦਰ ਰਚਿਓ ਇਸ ਤੀਰਥ ਮਹਿ ਜਾਤ। ਬਹੁਤ ਪ੍ਰੀਖਿਆ ਕਰ ਚੁਕੇ ਪਰਖੋਂ ਔਰੈ ਖਾਸ, ਨਾ ਡਡ ਰਹਿ ਨਾ ਬੋਲ ਹੈ ਇਹਾਂ ਕਭੀ ਕਿਸੀ ਮਾਸ। ਗਿਆਨੀ ਗਿਆਨ ਸਿੰਘ ਜੀ ਕਹਿੰਦੇ, ਦੁਨੀਆ ਦੇ ਲੋਕੋ ਸੁਣੋ, ਮੈਂ ਇਹ ਸੱਚ ਪ੍ਰਗਟ ਗੱਲ ਆਖਦਾ ਹਾਂ, ਦਾਦਰ ਨਹਿ ਕਾਦਰ ਰਚਿਓ ਇਸ ਤੀਰਥ ਮਹਿ ਜਾਤ। ਕਹਿੰਦੇ ਇਸ ਤੀਰਥ ਦੇ ਵਿੱਚ, ਇਸ ਸਰੋਵਰ ਦੇ ਵਿੱਚ ਕਾਦਰ ਨੇ ਕਦੇ ਦਾਦਰ ਡੱਡੂ ਨਹੀਂ ਰਚਿਆ। ਇੱਥੇ ਤੁਹਾਨੂੰ ਡੱਡੂ ਨਹੀਂ ਮਿਲਣਗੇ। ਕਹਿੰਦੇ ਬੜੇ ਲੋਕ ਆਏ, ਬੜਿਆਂ ਨੇ ਪ੍ਰੀਖਿਆ ਵੀ ਕੀਤੀ, ਪਰ ਉਹਨਾਂ ਨੂੰ ਮਿਲਿਆ ਨਹੀਂ ਡੱਡੂ। ਡੱਡੂ ਨੂੰ ਕਮਲ ਦੀ ਸਾਰ ਨਹੀਂ ਨਾ ਹੁੰਦੀ, ਉਹ ਚਿੱਕੜ ਦੇ ਵਿੱਚ ਹੀ ਰਹਿੰਦਾ ਹੈ। ਦਾਦਰ ਨਹਿ ਕਾਦਰ ਰਚਿਓ ਇਸ ਤੀਰਥ ਮਹਿ ਜਾਤ, ਬਹੁਤ ਪ੍ਰੀਖਿਆ ਕਰ ਚੁਕੇ ਪਰਖੋਂ ਔਰੈ ਖਾਸ, ਨਾ ਡਡ ਰਹਿ ਨਾ ਬੋਲ ਹੈ ਇਹਾਂ ਕਭੀ ਕਿਸੀ ਮਾਸ। ਕਹਿੰਦੇ ਕਦੇ ਕਿਸੇ ਮਹੀਨੇ ਦੇ ਵਿੱਚ ਤੁਹਾਨੂੰ ਇੱਥੇ ਡੱਡੂ ਬੋਲਦੇ ਨਹੀਂ ਸੁਣਾਈ ਦੇਣਗੇ, ਸਾਉਣ ਭਾਦੋਂ ਵਿੱਚ ਵੀ ਨਹੀਂ। ਤੇ ਅੱਗੇ ਗਿਆਨੀ ਗਿਆਨ ਸਿੰਘ ਜੀ ਲਿਖਦੇ, ਕਹਿੰਦੇ ਥੋੜ੍ਹਾ ਜਿਹਾ ਹੀ ਪਰੇ ਜਾ ਕੇ ਤੁਸੀਂ ਵੇਖੋਗੇ, ਦਾਦਰ ਸਾਦਰ ਰਹਿਤ ਬਹੋ। ਕਹਿੰਦੇ ਦਾਦਰ ਜਿਹੜੇ ਨੇ ਨਾ, ਹੋਰ ਥੋੜ੍ਹੀ ਥੋੜ੍ਹੀ ਦੂਰ 'ਤੇ ਜ਼ਰੂਰ ਰਹਿੰਦੇ ਨੇ, ਪਰ ਇਸ ਸਰੋਵਰ ਦੇ ਵਿੱਚ ਤੁਹਾਨੂੰ ਡੱਡੂ ਨਹੀਂ ਮਿਲਣੇ। ਉਹ ਤੇ ਕਹਿੰਦੇ ਮਾਨ ਸਰੋਵਰ ਹੈ। ਮਾਨ ਸਰੋਵਰ ਕੀ ਅਹੇ ਸਹੀ ਨਿਸ਼ਾਨੀ ਇਹ,
ਨਾ ਡੱਡ ਰਹਿ ਨਾ ਬੋਲ ਹੈ, ਬਗੁਲਾ ਚਿੰਚ ਨਾ ਦੇਹ। ਕਹਿੰਦੇ ਇਹ ਮਾਨ ਸਰੋਵਰ ਦੀ ਨਿਸ਼ਾਨੀ ਹੈ। ਇੱਥੇ ਡੱਡੂ ਤੇ ਬਗਲੇ ਨਹੀਂ ਹੁੰਦੇ, ਹੰਸ ਹੁੰਦੇ ਨੇ। ਡੱਡੂ ਤੇ ਬਗਲੇ ਬਿਰਤੀ ਵਾਲੇ ਇੱਥੋਂ ਕੁਝ ਨਹੀਂ ਪ੍ਰਾਪਤ ਕਰ ਸਕਦੇ। ਨਾ ਤੁਹਾਨੂੰ ਇੱਥੇ ਬਗਲਾ ਮਿਲੇਗਾ, ਨਾ ਡੱਡੂ ਮਿਲੇਗਾ, ਇੱਥੇ ਤਾਂ ਹੰਸ ਮਿਲਣਗੇ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਆਪ ਦੀ, ਆਪ ਦੇ ਸਰ ਦੀ, ਸਰੋਵਰ ਦੀ, ਆਪ ਦੇ ਦਰਬਾਰ ਦੀ ਉਪਮਾ ਬਹੁਤ ਹੈ। ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੇ। ਗੁਰੂ ਰਾਮਦਾਸ ਜੀ ਨੇ ਪੂਰਨ ਤਾਲ ਖੁਦਵਾ ਕੇ ਤੇ ਅੰਮ੍ਰਿਤ ਸਰ ਵਿੱਚ ਬੈਠ ਕੇ ਗੁਰਗੱਦੀ ਦਾ ਸਤਿਗੁਰੂ ਪਾਤਸ਼ਾਹ ਜੀ ਨੇ ਚਾਨਣਾ ਕੀਤਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ, ਸਤਿਗੁਰੂ ਦੀ ਉਪਮਾ ਬਹੁਤ ਹੈ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ, ਆਪ ਸਿਰਜਣਹਾਰੈ ਧਾਰਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਅਟਲ ਅਥਾਹੋ ਅਤੋਲ ਤੂੰ, ਤੇਰਾ ਅੰਤ ਨਾ ਪਾਰਾ ਵਾਰਿਆ। ਜਿਨੀ ਤੂੰ ਸੇਵਿਆ ਭਾਉ ਕਰ, ਸੇ ਤੁਧ ਪਾਰ ਉਤਾਰਿਆ। ਗੁਰੂ ਰਾਮਦਾਸ ਜੀ ਜਿਨ੍ਹਾਂ ਨੇ ਆਪ ਦੀ ਸੇਵਾ ਭਾਵਨਾ ਦੇ ਨਾਲ ਕੀਤੀ ਹੈ, ਤੁਸੀਂ ਉਹਨਾਂ ਨੂੰ ਸੰਸਾਰ ਸਾਗਰ ਤੋਂ ਪਾਰ ਕੀਤਾ ਹੈ। ਲੱਭ ਲੋਭ ਕਾਮ ਕ੍ਰੋਧ ਮੋਹ, ਮਾਰ ਕੱਢੇ ਤੁਧ ਸਾ ਪਰਵਾਰਿਆ। ਤੁਸੀਂ ਇਹ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਪਰਿਵਾਰ ਦੇ ਸਮੇਤ ਉਹਦੇ ਹਿਰਦੇ ਦੇ ਵਿੱਚੋਂ ਬਾਹਰ ਕੱਢ ਦਿੱਤੇ ਹੈ। ਧੰਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈ ਸਕਾਰਿਆ। ਸੱਚੇ ਪਾਤਸ਼ਾਹ, ਇਹ ਅਸਥਾਨ ਆਪ ਜੀ ਦਾ ਧੰਨ ਹੈ। ਸਾਰੇ ਇਸ ਅਸਥਾਨ 'ਤੇ ਆ ਕੇ ਨਤਮਸਤਕ ਹੁੰਦੇ ਹੈ। ਆਪ ਦਾ ਪੈ ਸਕਾਰਾ ਸੇਵਕਾਂ ਦੇ ਇਕੱਠ ਨੂੰ ਵੀ ਕਹਿੰਦੇ ਹੈ। ਜਾਂ ਜਦੋਂ ਬਾਦਸ਼ਾਹ ਆਉਂਦਾ ਸੀ ਅਤੇ ਉਹਦੀ ਸਿਫਤ ਵਿੱਚ ਜੋ ਕਵਿਤ ਗਾਏ ਜਾਂਦੇ ਸਨ, ਵਾਜੇ ਗਾਜੇ ਵੱਜਦੇ ਸੀ, ਉਹਨੂੰ ਪੈ ਸਕਾਰਾ ਕਿਹਾ ਜਾਂਦਾ ਹੈ। ਮਹਾਰਾਜ ਤੁਹਾਡੀਆਂ ਸਿਫਤਾਂ ਵੀ ਸਦਾ ਅਟੱਲ ਹਨ। ਸੱਚ ਤੇਰਾ ਪੈ ਸਕਾਰਿਆ, ਨਾਨਕ ਤੂੰ ਲਹਿਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ। ਗੁਰ ਡਿੱਠਾ ਤਾਂ ਮਨ ਸਾਧਾਰਿਆ। ਗੁਰੂ ਨਾਨਕ ਦੇਵ ਜੀ ਵੀ ਤੁਸੀਂ ਹੋ, ਭਾਈ ਲਹਿਣਾ ਗੁਰੂ ਅੰਗਦ ਦੇਵ ਜੀ ਵੀ ਤੁਸੀਂ ਹੋ, ਗੁਰੂ ਅਮਰਦਾਸ ਮਹਾਰਾਜ ਜੀ ਵੀ ਤੁਸੀਂ ਹੋ। ਸਤਿਗੁਰੂ ਰਾਮਦਾਸ ਤੁਹਾਡੇ ਦਰਸ਼ਨ ਕਰਕੇ ਮਨ ਨੂੰ ਧੀਰਜ ਮਿਲਦਾ ਹੈ, ਮਨ ਨੂੰ ਸਹਾਰਾ ਮਿਲਦਾ ਹੈ। ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੇ। ਅੰਮ੍ਰਿਤ ਸਰ ਵਿੱਚ ਬੈਠ ਕੇ ਸਤਿਗੁਰੂ ਜੋਤ ਜਗਾਉਂਦੇ ਹੈ, ਗੁਰਗੱਦੀ ਦਾ ਚਾਨਣਾ ਕਰਦੇ ਹੈ। ਉਲਟਾ ਖੇਲ ਖਸਮ ਦਾ, ਉਲਟੀ ਗੰਗ ਸਮੁੰਦਰ ਸਮਾਵੈ। ਭਾਈ ਗੁਰਦਾਸ ਜੀ ਕਹਿੰਦੇ ਇਹ ਉਲਟੀ ਖੇਡ ਹੈ ਮਾਲਕ ਦੀ। ਉਲਟੀ ਗੰਗ ਸਮੁੰਦਰ ਸਮਾਵੈ। ਹੋਰ ਜਿਹੜੀਆਂ ਨਦੀਆਂ ਨੇ ਨਾ, ਉਹ ਉੱਤਰ ਤੋਂ ਪੱਛਮ ਵੱਲ ਜਾ ਕੇ ਸਮੁੰਦਰ ਵਿੱਚ ਪੈਂਦੀਆਂ ਨੇ, ਪਰ ਜਿਹੜੀ ਗੰਗਾ ਹੈ ਨਾ, ਗੰਗਾ ਨਦੀ, ਇਹ ਉੱਤਰ ਤੋਂ ਪੂਰਬ ਨੂੰ ਚੜ੍ਹਦੇ ਨੂੰ ਜਾ ਕੇ ਫਿਰ ਬੰਗਾਲ ਦਾ ਸਮੁੰਦਰ ਜਿਹੜਾ ਹੈ ਉੱਧਰ ਜਾ ਕੇ ਸਮੁੰਦਰ ਵਿੱਚ ਪੈਂਦੀ ਹੈ। ਸਤਿਗੁਰੂ ਦਾ ਇਹ ਉਲਟਾ ਖੇਡ ਹੈ। ਭਾਵ ਇਹ ਹੈ ਵੀ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਤਾ ਗੱਦੀ ਜਿਹੜੀ ਹੈ ਪੁੱਤਰਾਂ ਨੂੰ ਛੱਡ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਦਿੱਤੀ ਹੈ। ਸਮਾਜ ਦੀ ਰਹੋ ਰੀਤੀ ਤੋਂ ਉਲਟ ਹੋਣ ਕਰਕੇ ਭਾਈ ਸਾਹਿਬ ਨੇ ਉਲਟੀ ਗੰਗਾ ਸਮੁੰਦਰ ਸਮਾਵੈ ਲਿਖਿਆ ਹੈ, ਕਿਉਂਕਿ ਕੋਈ ਜਵਾਈ ਸਹੁਰੇ ਘਰ ਟੋਕਰੀ ਨਹੀਂ ਢੋਂਦਾ, ਬਲਕਿ ਜਵਾਈ ਦਾ ਬੜਾ ਆਦਰ ਸਤਿਕਾਰ ਹੁੰਦਾ ਹੈ। ਇਸ ਕਰਕੇ ਭਾਈ ਸਾਹਿਬ ਨੇ ਦ੍ਰਿਸ਼ਟਾਂਤ ਦਿੱਤਾ ਹੈ ਵੀ ਗੁਰੂ ਰਾਮਦਾਸ ਜੀ ਭਾਵਨਾ ਦੇ ਨਾਲ ਗੁਰੂ ਅਮਰਦਾਸ ਜੀ ਦੀ ਸੇਵਾ ਵਿੱਚ ਡਟੇ ਰਹੇ, ਭਾਵਨਾ ਨਾਲ ਸੇਵਾ ਕੀਤੀ, ਅਤੇ ਫਿਰ ਇਹ ਗੰਗਾ ਉਲਟ ਕੇ ਸਮੁੰਦਰ ਵਿੱਚ ਸਮਾਈ। ਭਾਵ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਮਿਲੀ ਹੈ। ਦਿੱਤਾ ਲਈਏ ਆਪਣਾ, ਅਣ ਦਿੱਤਾ ਕਛ ਹੱਥ ਨ ਆਵੇ। ਆਪਣਾ ਦਿੱਤਾ ਹੋਇਆ ਹੀ ਲਈਦਾ ਹੈ, ਦਿੱਤੇ ਤੋਂ ਬਿਨਾਂ ਕੁਝ ਵੀ ਹੱਥ ਵਿੱਚ ਨਹੀਂ ਆਉਂਦਾ। ਫਿਰ ਆਈ ਘਰ ਅਰਜਣੇ, ਪੁੱਤ ਸੰਸਾਰੀ ਗੁਰੂ ਕਹਾਵੇ। ਗੁਰੂ ਰਾਮਦਾਸ ਜੀ ਤੋਂ ਫਿਰ ਗੁਰਤਾ ਗੱਦੀ ਜਿਹੜੀ ਹੈ
ਫਿਰ ਆਈ ਘਰ ਅਰਜਣੇ, ਗੁਰੂ ਅਰਜੁਨ ਦੇਵ ਜੀ ਦੇ ਘਰ ਆਈ। ਭਾਵ ਗੁਰੂ ਅਰਜੁਨ ਦੇਵ ਜੀ ਨੂੰ ਗੁਰਗੱਦੀ ਮਿਲੀ। ਪੁੱਤ ਸੰਸਾਰੀ ਗੁਰੂ ਕਹਾਵੈ, ਤੇ ਸੰਸਾਰੀ ਪੁੱਤਰ ਗੁਰੂ ਕਹਾਉਣ ਲੱਗਾ। ਗੁਰੂ ਰਾਮਦਾਸ ਜੀ ਦੇ ਪੁੱਤਰ ਧੰਨ ਗੁਰੂ ਅਰਜੁਨ ਦੇਵ ਜੀ ਸੰਸਾਰੀ ਰਿਸ਼ਤੇ ਤੋਂ ਪੁੱਤਰ ਹਨ, ਤੇ ਗੁਰਤਾ ਗੱਦੀ ਵੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੂੰ ਮਿਲੀ, ਪੁੱਤਰ ਨੂੰ, ਹੁਣ ਸੇਵਕ ਨੂੰ ਨਹੀਂ। ਕਿਉਂਕਿ ਹੁਣ ਸੋਢ ਵੰਸ਼ ਦੇ ਵਿੱਚ ਗੁਰਿਆਈ ਦਾ ਭਾਰ ਚੁੱਕਣ ਦੇ ਸਮਰੱਥ ਹਨ, ਯੋਗ ਹਨ ਗੁਰਗੱਦੀ ਗੁਰੂ ਅਰਜੁਨ ਦੇਵ ਜੀ, ਜੋ ਸੰਸਾਰੀ ਪੁੱਤਰ ਨੇ ਗੁਰੂ ਰਾਮਦਾਸ ਜੀ ਦੇ, ਗੁਰੂ ਅਰਜੁਨ ਦੇਵ ਜੀ ਨੂੰ ਮਿਲੀ ਹੈ। ਜਾਣ ਨਾ ਦੇਸਾਂ ਸੋਢੀਓ, ਹੋ ਰਸ ਅਜਰ ਨਾ ਜਰਿਆ ਜਾਵੇ। ਭਾਈ ਗੁਰਦਾਸ ਜੀ ਬੀਬੀ ਭਾਨੀ ਜੀ ਉਹਨਾਂ ਦੇ ਭੈਣ ਲੱਗਦੇ ਹੈ, ਤੇ ਗੁਰੂ ਅਮਰਦਾਸ ਜੀ ਦੀ ਸੇਵਾ ਕਰਕੇ ਸਤਿਗੁਰੂ ਅਮਰਦਾਸ ਜੀ ਦੀ ਪ੍ਰਸੰਨਤਾ ਲਈ ਸੀ। ਬੀਬੀ ਭਾਨੀ ਨੇ ਆਪਣੇ ਪਿਤਾ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਕਿਹਾ ਸੀ ਮੰਗੋ। ਇਹੀ ਕਿਹਾ ਸੀ ਇਹ ਦਾਤ ਘਰ ਦੇ ਵਿੱਚ ਰਹੇ, ਸੋਢੀਆਂ ਦੇ ਵਿੱਚ। ਪਾਤਸ਼ਾਹ ਨੇ ਆਉਣ ਵਾਲੇ ਸਮੇਂ ਬਾਬਤ ਵੀ ਦੱਸਿਆ ਸੀ, ਆ ਕੁਝ ਹੋਵੇਗਾ। ਬੀਬੀ ਭਾਨੀ ਜੀ ਨੇ ਕਿਹਾ ਮਹਾਰਾਜ ਜੇ ਇਹਨਾਂ ਕੁਝ ਹੋਣਾ ਹੈ, ਕਿਸੇ ਹੋਰ ਤੋਂ ਇਹ ਜਰਿਆ ਵੀ ਨਹੀਂ ਜਾਣਾ, ਇਹ ਸਹਾਰਿਆ ਵੀ ਨਹੀਂ ਜਾਣਾ। ਤੇ ਗੁਰੂ ਅਮਰਦਾਸ ਜੀ ਨੇ ਪ੍ਰਸੰਨ ਹੋ ਕੇ ਕਿਹਾ ਸੀ ਠੀਕ ਹੈ, ਸੋਢ ਵੰਸ਼ ਦੇ ਵਿੱਚ ਹੀ ਇਹ ਗੁਰਗੱਦੀ ਰਹੇਗੀ। ਕਿਉਂਕਿ ਮਹਾਰਾਜ ਵੀ ਜਾਣਦੇ ਸੀ ਆਉਣ ਵਾਲੇ ਸਮੇਂ ਬਾਬਤ ਵੀ ਇਸੇ ਦੇ ਵਿੱਚ ਹੀ ਯੋਗ ਹੋਣਗੇ। ਤੇ ਬੀਬੀ ਭਾਨੀ ਜੀ ਐਸੀ ਮਹਾਨ ਸ਼ਖਸੀਅਤ ਹਨ। ਪਿਤਾ ਜੀ ਵੀ ਗੁਰੂ ਅਮਰਦਾਸ ਜੀ, ਬੀਬੀ ਭਾਨੀ ਜੀ ਦੇ ਪਤੀ ਗੁਰੂ ਰਾਮਦਾਸ ਜੀ ਵੀ ਗੁਰੂ, ਬੀਬੀ ਭਾਨੀ ਦੇ ਪੁੱਤਰ ਗੁਰੂ ਅਰਜੁਨ ਦੇਵ ਜੀ ਵੀ ਗੁਰੂ, ਪੋਤਰੇ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਗੁਰੂ, ਤੇ ਪੜਪੋਤੇ ਗੁਰੂ ਤੇਗ ਬਹਾਦਰ ਜੀ ਵੀ ਗੁਰੂ, ਅੱਗੇ ਪੜਪੋਤੇ ਦੇ ਪੁੱਤਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੀ ਗੁਰੂ। ਕਿੱਡੀ ਵੱਡੀ ਮਹਾਨ ਬਖਸ਼ਿਸ਼ ਸੇਵਾ ਕਰਕੇ ਬੀਬੀ ਭਾਨੀ ਮਾਤਾ ਭਾਨੀ ਨੇ ਪ੍ਰਾਪਤ ਕੀਤੀ। ਸੋ ਜਾਣ ਨਾ ਦੇਸਾਂ ਸੋਢੀਆਂ, ਹੋਰਸ ਅਜਰ ਨਾ ਜਰਿਆ ਜਾਵੇ। ਘਰ ਹੀ ਕੀ ਵਥ ਘਰੇ ਰਹਾਵੇ। ਔਰ ਕਿਹਾ ਸੀ ਮਹਾਰਾਜ ਇਹ ਘਰ ਦੀ ਵੱਥ ਜੋ ਵਸਤੂ ਹੈ ਗੁਰਗੱਦੀ, ਇਹ ਘਰ ਦੇ ਵਿੱਚ ਹੀ ਰਹੇ। ਮਹਾਰਾਜ ਨੇ ਕਿਹਾ ਹਾਂ ਇਹ ਘਰ ਦੇ ਵਿੱਚ ਹੀ ਰਹੇਗੀ। ਬੀਬੀ ਭਾਨੀ ਜੀ ਨੇ ਸੇਵਾ ਕਰਕੇ ਇਹ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ। ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਹੋਈਆਂ ਭੁੱਲਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਸੰਗਤ ਨੇ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਜਾਣ ਨਾ ਦੇਸਾਂ ਸੋਢੀਓ, ਹੋ ਰਸ ਅਜਰ ਨਾ ਜਰਿਆ ਜਾਵੇ। ਘਰ ਹੀ ਕੀ ਵਥ ਘਰੇ ਰਹਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਜੇ